ਹੈਲੋ ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਲਸ ਰਾਈਟਿੰਗ ਟਾਸਕ 2 ਦੀ। ਤਾਂ ਆਪਣੇ ਕੋਲ ਜਿਹੜੀ ਅੱਜ ਐਸੇ ਟਾਈਪ ਹੈਗੀ ਆ ਉਹ ਹੈਗੀ ਆ ਵਟ ਐਕਸਟੈਂਡ ਐਗਰੀ ਔਰ ਡਿਸਐਗਰੀ। ਆਪਣੇ ਕੋਲ 8 ਟਾਈਪਸ ਦੇ ਟਾਸਕ ਹੁੰਦੇ ਆ, ਠੀਕ ਹੈ। ਟਾਸਕ 2 ਇੱਕ ਆਪਣੇ ਕੋਲ ਟਾਈਪ ਹੁੰਦੀ ਹੈ ਸਿੰਪਲ ਕੁਐਸਚਨ ਹੁੰਦਾ ਐਗਰੀ ਔਰ ਡਿਸਐਗਰੀ, ਠੀਕ ਹੈ। ਉਹਦਾ ਸਟਰਕਚਰ ਜਿਹੜਾ ਡਿਫਰੈਂਟ ਹੈ ਇਹਦੇ ਨਾਲੋਂ, ਠੀਕ ਹੈ, ਵਟ ਐਕਸਟੈਂਡ ਨਾਲੋਂ। ਜਿਹੜਾ ਵਟ ਐਕਸਟੈਂਡ ਐਸੇ ਉਹ ਹੋਰ ਤਰੀਕੇ ਨਾਲ ਲਿਖਿਆ ਜਾਏਗਾ, ਜਿਹੜਾ ਸਿੰਪਲ ਕੁਐਸਚਨ ਹੈ ਐਗਰੀ ਔਰ ਡਿਸਐਗਰੀ ਉਹ ਹੋਰ ਤਰੀਕੇ ਨਾਲ ਲਿਖਿਆ ਜਾਏਗਾ। ਇਹਦਾ ਸਟਰਕਚਰ ਡਿਫਰੈਂਟ ਹੈ, ਠੀਕ ਹੈ। ਤਾਂ ਉਸ ਚੀਜ਼ ਦਾ ਧਿਆਨ ਰੱਖਣਾ ਆਪਣੇ ਕੋਲ। ਤਾਂ ਦੇਖ ਲੈਣਾ ਸਟੇਟਮੈਂਟ ਦੇ ਵਿੱਚ ਅਗਰ ਐਕਸਟੈਂਡ ਪੁੱਛੇ ਤਾਂ ਐਕਸਟੈਂਡ ਮੈਂਸ਼ਨ ਕਰਨਾ ਜ਼ਰੂਰੀ ਹੈ। ਤਾਂ ਜਿਹੜਾ ਆਪਣੇ ਕੋਲ ਵਟ ਐਕਸਟੈਂਡ ਐਗਰੀ ਔਰ ਡਿਸਐਗਰੀ ਹੈ, ਠੀਕ ਹੈ। ਕੋਈ ਕਹਿੰਦੇ ਆ ਕਿ ਇਹਦੇ ਵਿੱਚ 2 BPs ਬਣਾਉਣੇ ਆ, ਕੋਈ ਕਹਿੰਦੇ 3 ਬਣਾਉਣੇ ਆ, ਠੀਕ ਹੈ। ਕੀਤਾ ਹੀ ਜਿਹੜਾ ਆਪਣੇ ਕੋਲ ਕੀ ਹੈਗਾ ਦੋਨੋਂ ਹੀ ਸਹੀ ਹੈ। ਅਗਰ ਤੁਸੀਂ 3 BP ਬਣਾਉਣੇ ਆ ਤਾਂ ਵੀ ਸਹੀ ਹੈ, ਅਗਰ 2 ਬਣਾਉਣੇ ਆ ਤਾਂ ਵੀ ਸਹੀ ਹੈ। ਬਟ ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜਾ ਵਰਡ ਥੀਸੀ ਲਾਈਨ ਦੇ ਵਿੱਚ ਮੈਂਸ਼ਨ ਕੀਤਾ। ਲਾਈਕ ਅਗਰ ਤੁਸੀਂ ਪਾਰਸ਼ਲੀ ਹੋ ਤਾਂ ਪਾਰਸ਼ਲੀ ਮੈਂਸ਼ਨ ਕਰੋ ਥੀਸੀ ਲਾਈਨ ਦੇ ਵਿੱਚ, ਅਗਰ ਕੰਪਲੀਟਲੀ ਹੋ ਤਾਂ ਕੰਪਲੀਟਲੀ ਮੈਂਸ਼ਨ ਕਰੋ, ਠੀਕ ਹੈ। ਅਗਰ ਤੁਸੀਂ ਅਪ ਟੂ ਲਾਰਜ ਐਕਸਟੈਂਡ ਹੈ ਤਾਂ ਅਪ ਟੂ ਲਾਰਜ ਐਕਸਟੈਂਡ ਕਰੋ। 3 ਤਰੀਕੇ ਦੇ ਨਾਲ ਜਿਹੜਾ ਆਪਾਂ ਇਸ ਐਸੇ ਨੂੰ ਲਿਖ ਸਕਦੇ ਹਾਂ। ਤਾਂ ਅੱਜ ਆਪਾਂ ਕਰਾਂਗੇ ਪਾਰਸ਼ਲੀ, ਠੀਕ ਹੈ। ਉਹਨਾਂ ਸਟੂਡੈਂਟਸ ਦੇ ਲਈ ਬੈਨੀਫਿਸ਼ਲ ਹੈ ਜਿਨ੍ਹਾਂ ਨੂੰ ਆਈਡੀਆਸ ਦੇ ਵਿੱਚ ਪ੍ਰੋਬਲਮ ਹੁੰਦੀ ਹੈ, ਆਈਡੀਆਸ ਨਹੀਂ ਜਨਰੇਟ ਹੁੰਦੇ। ਤਾਂ ਉਹਨਾਂ ਲਈ ਇੱਕ ਇਹਦਾ ਬੈਨੀਫਿਟ ਇਹ ਹੈਗਾ ਕਿ ਇੱਕ ਜਿਹੜਾ ਆਪਾਂ ਨੂੰ ਇੱਕ ਸਾਈਡ ਦਾ ਆਈਡੀਆ ਬਣਾਉਣਾ ਹੈ ਨਾ, ਦੂਸਰੀ ਸਾਈਡ ਦਾ ਆਈਡੀਆ ਇੱਕ ਬਣਾਉਣਾ ਹੁੰਦਾ, ਠੀਕ ਹੈ। ਅਤੇ ਇਹਦੇ ਵਿੱਚ ਜ਼ਿਆਦਾ ਆਈਡੀਆਸ ਦੀ ਜ਼ਰੂਰਤ ਨਹੀਂ ਹੁੰਦੀ ਆਪਣੇ ਕੋਲ ਪਾਰਸ਼ਲੀ ਵਾਲੇ ਐਸੇ ਦੇ ਵਿੱਚ। ਤਾਂ ਹੁਣ ਚੱਲਦੇ ਹਾਂ ਆਪਾਂ ਸਟੇਟਮੈਂਟ ਵੱਲ। ਦ ਗੌਰਮੈਂਟਸ ਇਨਵੈਸਟਮੈਂਟ ਇਨ ਆਰਟ ਮਿਊਜ਼ਿਕ ਐਂਡ ਥੀਏਟਰ ਇਜ਼ ਵੇਸਟ ਆਫ ਮਨੀ। ਕਿ ਕਹਿੰਦੇ ਕਿ ਜਿਹੜੀ ਗੌਰਮੈਂਟ ਇਨਵੈਸਟਮੈਂਟ ਕਰਦੀ ਹੈਗੀ ਆਰਟ ਐਂਡ ਮਿਊਜ਼ਿਕ ਵਗੈਰਾ 'ਤੇ, ਠੀਕ ਹੈ, ਉਹ ਕੀ ਹੈ, ਵੇਸਟ ਆਫ ਮਨੀ ਹੈ। ਗੌਰਮੈਂਟ ਸ਼ੁੱਡ ਇਨਵੈਸਟ ਦੀਜ਼ ਫੰਡਸ ਇਨ ਪਬਲਿਕ ਸਰਵਿਸ ਇੰਸਟੈਡ। ਕਿ ਗੌਰਮੈਂਟ ਨੂੰ ਇਹ ਜਿਹੜੇ ਫੰਡ ਹੈਗੇ ਆ ਪਬਲਿਕ ਸਰਵਿਸ 'ਤੇ ਜਿਹੜਾ ਕੀ ਆ ਲਗਾਉਣੇ ਚਾਹੀਦੇ ਆ, ਠੀਕ ਹੈ। ਟੂ ਵਟ ਐਕਸਟੈਂਡ ਯੂ ਐਗਰੀ ਵਿਦ ਦਿਸ ਸਟੇਟਮੈਂਟ। ਤੁਸੀਂ ਇਸ ਸਟੇਟਮੈਂਟ ਦੇ ਨਾਲ ਕਿਹੜੀ ਐਕਸਟੈਂਡ ਤੱਕ ਜਿਹੜਾ ਕੀ ਆ ਐਗਰੀ ਹੋ ਗਏ ਆ, ਠੀਕ ਹੈ। ਪਹਿਲਾਂ ਤਾਂ ਥੀਸੀ ਲਾਈਨ ਵਿੱਚ ਮੈਂਸ਼ਨ ਕਰਨਾ ਜ਼ਰੂਰੀ ਹੈ ਕਿ ਕਿਹੜੀ ਐਕਸਟੈਂਡ ਤੱਕ ਐਗਰੀ ਹੋ, ਠੀਕ ਹੈ। ਔਰ ਉਸ ਤੋਂ ਬਾਅਦ ਕੀ ਆ ਰੀਫਰੇਜ਼ ਜਿਹੜੀ ਕਰਨੀ ਉਹ ਸੈਂਟੈਂਸ ਟੂ ਸੈਂਟੈਂਸ ਕਰਨੀ ਆ, ਵਰਡ ਟੂ ਵਰਡ ਨਹੀਂ ਕਰਨੀ ਹੈਗੀ, ਠੀਕ ਹੈ। ਵਰਡ ਟੂ ਵਰਡ ਇੱਦਾਂ ਹੁੰਦਾ ਲਾਈਕ ਜਿੱਦਾਂ ਹੁਣ ਆਪਣੇ ਕੋਲ ਹੈਗਾ ਦ ਗੌਰਮੈਂਟ, ਠੀਕ ਹੈ, ਦ ਲਾਅ ਮੇਕਰ, ਉੱਦਾਂ ਇੱਕ ਵਰਡ ਨੀਚੇ ਉਤਾਰਨਾ। ਉਸ ਤਰੀਕੇ ਨਾਲ ਨਹੀਂ ਕਰਨਾ, ਫੁੱਲ ਸੈਂਟੈਂਸ ਕਨਵਰਟ ਕਰੋ। ਲਾਈਕ ਸਿੰਪਲ ਦੇ ਵਿੱਚ ਹੁੰਦਾ ਆਪਣੇ ਕੋਲ ਸਟੇਟਮੈਂਟ ਸਿੰਪਲ ਸੈਂਟੈਂਸ ਦੇ ਵਿੱਚ ਆਉਂਦੀ ਹੈ, ਉਹਨੂੰ ਪੈਸਿਵ 'ਚ ਕਨਵਰਟ ਕਰੋ, ਉਹਨੂੰ ਕੰਪਲੈਕਸ ਦੇ ਵਿੱਚ ਕਨਵਰਟ ਕਰਕੇ ਲਿਖੋ, ਠੀਕ ਹੈ। ਐਂਡ ਵਕੈਬ ਵੀ ਚੇਂਜ ਕਰ ਦਿਓ, ਲਾਈਕ ਕੀ ਹੈ ਸਿਨੋਨਿਮ ਵੀ ਲਿਖ ਦਿਓ ਜਿੱਦਾਂ ਵਰਡ ਟੂ ਵਰਡ ਲਿਖਦੇ ਆ। ਅਤੇ ਉਸ ਤਰੀਕੇ ਨਾਲ ਸੈਂਟੈਂਸ ਟੂ ਸੈਂਟੈਂਸ ਰੀਫਰੇਸ ਹੋ ਜੂਗੀ, ਉਹਦੇ ਜਿਹੜਾ ਜ਼ਿਆਦਾ ਆਪਾਂ ਨੂੰ ਹੈਗਾ ਬੈਨੀਫਿਟ, ਠੀਕ ਹੈ। ਤਾਂ ਹੁਣ ਲਿਖਦੇ ਹਾਂ ਆਪਾਂ ਇਹਦੀ ਰੀਫਰੇਸ। ਇਟ ਇਜ਼ ਆਰਗੂਡ ਬਾਈ ਸਮ ਪੀਪਲ। ਕਿ ਇਹ ਕੁਛ ਲੋਕਾਂ ਦੇ ਦੁਆਰਾ ਕੀ ਆ ਆਰਗੂ ਕੀਤਾ ਜਾਂਦਾ, ਇਹ ਪੈਸਿਵ ਫਾਰਮ ਹੈ, ਠੀਕ ਹੈ। ਇਟ ਇਜ਼ ਆਰਗੂਡ ਬਾਈ ਸਮ ਪੀਪਲ, ਇਹ ਪੈਸਿਵ ਫਾਰਮ ਹੈ ਆਪਣੇ ਕੋਲ। ਸਿੰਪਲ ਦੇ ਵਿੱਚ ਸੀ, ਆਪਾਂ ਪੈਸਿਵ 'ਚ ਕਨਵਰਟ ਕੀਤਾ। ਦੈਟ ਲਾਅ ਮੇਕਰ ਹੈਗਾ ਸਿਨੋਨਿਮ ਗਵਰਨਮੈਂਟ ਵਰਡ ਦਾ, ਠੀਕ ਹੈ। ਤਾਂ ਇਹਨੂੰ ਤੁਸੀਂ ਲਗਾ ਸਕਦੇ ਆ ਲਾਅ ਮੇਕਰ, ਠੀਕ ਹੈ, ਨੋਟ ਕਰ ਲਓ। ਸ਼ੁੱਡ ਇਨਵੈਸਟ ਮਨੀ ਇਨ ਪਬਲਿਕ ਸੈਕਟਰਸ। ਦੇਖੋ ਪਬਲਿਕ ਸਰਵਿਸ ਸੀ ਆਪਣੇ ਕੋਲ, ਆਪਾਂ ਇੱਥੇ ਪਬਲਿਕ ਸੈਕਟਰਸ ਕਰ ਦਿੱਤਾ। ਰੈਦਰ ਦੈਨ ਔਨ ਆਰਟ, ਠੀਕ ਹੈ, ਬਜਾਏ ਕਿ ਆਰਟ ਦੇ। ਰੈਦਰ ਦੈਨ ਆਪਣੇ ਕੋਲ ਕੰਪਲੈਕਸ ਸੈਂਟੈਂਸ ਹੈ, ਠੀਕ ਹੈ। ਕਿ ਰੈਦਰ ਦੈਨ ਔਨ ਆਰਟ ਮਤਲਬ ਕਿ ਗੌਰਮੈਂਟ ਨੂੰ ਚਾਹੀਦਾ ਹੈਗਾ ਪਬਲਿਕ ਸੈਕਟਰਸ 'ਤੇ ਸਪੈਂਡ ਕਰਨਾ। ਇਹੀ ਮੀਨਿੰਗ ਨਿਕਲਿਆ ਹੈ ਆਪਣੀ, ਠੀਕ ਹੈ। ਇੱਕ ਚੀਜ਼ ਉਹਨਾਂ ਨੇ ਇਹ ਕਹੀ ਸੀ ਕਿ ਵੇਸਟ ਆਫ ਮਨੀ, ਉਹ ਚੀਜ਼ ਲਿਖਦੇ ਆ ਅੱਗੇ। ਬਿਕੋਜ਼ ਸਪੈਂਡਿੰਗ ਔਨ ਦ ਅਬਜੈਕਟ ਆਫ ਆਰਟ ਇਜ਼ ਵੇਸਟ ਆਫ ਮਨੀ। ਕਿ ਇਸ 'ਤੇ ਸਪੈਂਡ ਕਰਨਾ ਵੇਸਟ ਆਫ ਮਨੀ ਹੈ। ਇਹੀ ਆਪਣਾ ਸੇਮ ਮੀਨਿੰਗ ਨਿਕਲੇ ਬਟ ਸੈਂਟੈਂਸ ਟੂ ਸੈਂਟੈਂਸ ਰੀਫਰੇਸ ਹੋਵੇ, ਠੀਕ ਹੈ। ਉਸ ਤੋਂ ਅੱਗੇ ਆਪਣੇ ਕੋਲ ਆ ਗਈ ਥੀਸੀ ਲਾਈਨ। ਥੀਸੀ ਲਾਈਨ ਦੇ ਵਿੱਚ ਇੱਕ ਵਰਡ ਮੈਂਸ਼ਨ ਕਰਨਾ ਬਹੁਤ ਹੀ ਜ਼ਰੂਰੀ ਹੈ। ਲਾਈਕ ਜਿਹੜਾ ਆਪਾਂ ਲਿਖਿਆ ਆਈ ਪਾਰਸ਼ਲੀ। ਅਗਰ ਪਾਰਸ਼ਲੀ ਹੋ ਤਾਂ ਪਾਰਸ਼ਲੀ ਜਾਓ, ਅਗਰ ਕੰਪਲੀਟਲੀ ਹੋ ਤਾਂ ਕੰਪਲੀਟਲੀ ਵਰਡ ਮੈਂਸ਼ਨ ਕਰੋ, ਅਗਰ ਅਪ ਟੂ ਲਾਰਜ ਹੈ ਤਾਂ ਲਾਰਜਲੀ ਮੈਂਸ਼ਨ ਕਰੋ, ਠੀਕ ਹੈ। ਆਈ ਪਾਰਸ਼ਲੀ ਐਗਰੀ ਵਿਦ ਦਿਸ ਸੈਡ ਨੋਸ਼ਨ। ਕਿ ਮੈਂ ਸੈਡ ਨੋਸ਼ਨ ਦੇ ਨਾਲ ਕੀ ਆ ਪਾਰਸ਼ਲੀ ਐਗਰੀ ਹਾਂ। ਕਿਉਂ ਪਾਰਸ਼ਲੀ ਐਗਰੀ ਉਹ ਵੀ ਦੱਸ ਰਹੇ ਹਾਂ। ਬਿਕੋਜ਼ ਅਥੋਰਿਟੀ ਸ਼ੁੱਡ ਸਪੈਂਡ ਬੋਥ ਆਰਟ ਐਜ਼ ਵੈਲ ਐਜ਼ ਇਨ ਪਬਲਿਕ ਸਰਵਿਸ। ਕਿ ਅਥੋਰਿਟੀ ਵਰਡ ਵੀ ਆਪਣੇ ਕੋਲ ਗੌਰਮੈਂਟਸ ਦੇ ਲਈ ਯੂਜ਼ ਹੁੰਦਾ ਹੈ, ਠੀਕ ਹੈ। ਲਾਅ ਮੇਕਰ ਗੌਰਮੈਂਟ ਅਥੋਰਿਟੀ ਸੇਮ ਮੀਨਿੰਗ ਹੈ। ਕਿ ਗੌਰਮੈਂਟ ਨੂੰ ਕੀ ਚਾਹੀਦਾ ਹੈਗਾ ਕਿ ਸਪੈਂਡ ਕਰਨਾ ਚਾਹੀਦਾ ਬੋਥ, ਦੋਨੋਂ 'ਤੇ ਹੀ, ਆਰਟ ਐਜ਼ ਵੈਲ ਐਜ਼ ਇਨ ਪਬਲਿਕ ਸੈਕਟਰਸ, ਠੀਕ ਹੈ। ਬੋਥ ਵਰਡ ਉਦੋਂ ਲਗਾਉਣੇ ਜਦੋਂ ਦੋ ਚੀਜ਼ਾਂ ਦੀ ਗੱਲ ਕਰਨੀ ਹੋਵੇ ਤਾਂ ਉਦੋਂ ਲਗਾਉਣੇ, ਠੀਕ ਹੈ। ਐਜ਼ ਵੈਲ ਐਜ਼ ਦੀ ਜਗ੍ਹਾ 'ਤੇ ਤੁਸੀਂ ਐਂਡ ਵੀ ਲਗਾ ਸਕਦੇ ਹੋ ਆਪਣੇ ਕੋਲ। ਸਪੈਂਡ ਔਨ ਬੋਥ ਆਰਟ ਐਜ਼ ਵੈਲ ਐਜ਼ ਇਨ ਪਬਲਿਕ ਸਰਵਿਸ, ਠੀਕ ਹੈ। ਤੀਸਰੀ ਲਾਈਨ ਦੇ ਵਿੱਚ ਮੈਂਸ਼ਨ ਕਰਤਾ ਕਿ ਪਾਰਸ਼ਲੀ ਆ। ਹੁਣ ਪਾਰਸ਼ਲੀ ਗਈ ਹੈ ਤਾਂ ਟਾਸਕ ਰਿਸਪੌਂਸ ਸਮਝੋ ਆਪਣਾ ਕੀ ਆ। ਟਾਸਕ ਰਿਸਪੌਂਸ ਦੇ ਵਿੱਚ ਆਪਾਂ ਇਹ ਫੁੱਲ ਟਾਸਕ ਰਿਸਪੌਂਸ ਆਪਣਾ ਕਿਵੇਂ ਆਊਗਾ ਜਦੋਂ ਪਾਰਸ਼ਲੀ ਚਲੇ ਜਦੋਂ ਆਪਾਂ 1.8 ਦਾ ਦੇਵਾਂਗੇ, ਇੱਕ ਆਪਾਂ ਪਬਲਿਕ ਸਰਵਿਸ ਦਾ ਦੇਵਾਂਗੇ। ਕਿਉਂਕਿ ਆਪਾਂ ਨੂੰ ਇਹ ਨਹੀਂ ਲੱਗਦਾ ਗਾ ਕਿ ਆਰਟ 'ਤੇ ਸਪੈਂਡ ਕਰਨਾ ਵੇਸਟ ਆਫ ਮਨੀ ਆ, ਕਿਉਂਕਿ ਆਪਾਂ ਕੀ ਆ ਪਾਰਸ਼ਲੀ ਐਗਰੀ ਗਏ ਹਾਂ। ਮੀਨਜ਼ ਆਪਾਂ ਨੂੰ ਲੱਗਦਾ ਹੈਗਾ ਕਿ ਦੋਨੋਂ ਹੀ ਆਪਣੀ ਆਪਣੀ ਉਹਨਾਂ ਦੀ ਜਿਹੜੀ ਜ਼ਰੂਰਤ ਹੈਗੀ ਹੈ, ਦੋਨੋਂ 'ਤੇ ਹੀ ਗੌਰਮੈਂਟ ਨੂੰ ਸਪੈਂਡ ਕਰਨਾ ਚਾਹੀਦਾ ਹੈਗਾ, ਠੀਕ ਹੈ। ਓਕੇ, ਪਹਿਲਾ PP ਬਣਾਵਾਂਗੇ ਪਬਲਿਕ ਸਰਵਿਸ 'ਤੇ, ਠੀਕ ਹੈ। ਟੂ ਬਿਗਨ ਵਿਦ ਕਨੈਕਟਰ ਹੈਗਾ, ਕਨੈਕਟਰ ਤੁਸੀਂ ਯੂਜ਼ ਕਰ ਸਕਦੇ ਆ, ਕਨੈਕਟੀਵਿਟੀ ਲੈ ਕੇ ਆਉਂਦੇ ਆ ਇਸ ਦੇ ਵਿੱਚ, ਠੀਕ ਹੈ। ਟੂ ਬਿਗਨ ਵਿਦ ਸਟਾਰਟ ਕਰ ਲੱਗਿਆ। ਦੇਰ ਆਰ ਸੈਵਰਲ ਰੀਜ਼ਨਸ ਫॉर ਸਪੈਂਡਿੰਗ ਅ ਸਿਗਨੀਫਿਕੈਂਟ ਅਮਾਊਂਟ ਔਨ ਪਬਲਿਕ ਸੈਕਟਰਸ। ਕਿ ਇਹ ਕੀ ਆ, ਇਹਦੇ ਪਿੱਛੇ ਕਾਫੀ ਰੀਜ਼ਨ ਹੈਗੇ ਆ ਕਿ ਕਿਉਂ ਇੱਕ ਅਮਾਊਂਟ ਜਿਹੜੀ ਪਬਲਿਕ ਸੈਕਟਰਸ 'ਤੇ ਸਪੈਂਡ ਕਰਨੀ ਚਾਹੀਦੀ ਹੈ।
ਇਹ ਹੋ ਗਈ ਆਪਣੀ ਬੇਸਿਕ ਲਾਈਨ, ਲਾਈਕ ਸਟਾਰਟ ਕਰਨ ਲੱਗੇ ਹਾਂ ਐਗਜ਼ਾਮੀਨਰ ਨੂੰ ਪਤਾ ਚੱਲ ਗਿਆ ਕਿ BP1 ਆਪਣਾ ਪਬਲਿਕ ਸੈਕਟਰਸ 'ਤੇ ਹੋਊਗਾ, ਕਿਉਂਕਿ ਤੁਸੀਂ ਦੱਸ ਦਿੱਤਾ ਥੀਸੀ ਲਾਈਨ ਦੇ ਵਿੱਚ ਹੀ ਕਿ ਪਬਲਿਕ ਸੈਕਟਰਸ ਦੇ ਉੱਪਰ ਸਪੈਂਡ ਕਰਨਾ, ਉਹਦੇ ਪਿੱਛੇ ਰੀਜ਼ਨ ਕੀ ਹੈ, ਠੀਕ ਹੈ। ਇਹ ਹੋ ਗਈ ਐਗਜ਼ਾਮੀਨਰ ਨੂੰ ਕਲੀਅਰ ਹੋ ਗਿਆ। ਉਸ ਤੋਂ ਅੱਗੇ ਆਪਣੇ ਕੋਲ ਆ ਗਿਆ ਫਸਟ ਆਫ ਆਲ ਤੁਸੀਂ ਕਨੈਕਟਰ ਲਗਾਇਆ, ਮੀਨਸ ਕੀ ਹੈਗਾ, ਤੁਸੀਂ ਆਪਣਾ ਆਈਡੀਆ ਦੇਣ ਲੱਗੇ ਆ, ਮੇਨ ਰੀਜ਼ਨ ਦੇਣ ਲੱਗੇ ਆ ਕਿਉਂ ਪਬਲਿਕ ਸੈਕਟਰਸ 'ਤੇ ਇਨਵੈਸਟ ਕਰਨਾ ਜ਼ਰੂਰੀ ਹੈ। ਆਪਾਂ ਲਿਖਿਆ ਇਟ ਇਜ਼ ਰਿਸਪੋਂਸਿਬਿਲਿਟੀ ਆਫ ਗੌਰਮੈਂਟ ਟੂ ਪ੍ਰੋਵਾਈਡ ਬੈਟਰ ਫੈਸਿਲਿਟੀਜ਼ ਟੂ ਦੇਅਰ ਸਿਟੀਜ਼ਨਸ, ਠੀਕ ਹੈ, ਕਿ ਗੌਰਮੈਂਟ ਦੀ ਰਿਸਪੋਂਸਿਬਿਲਿਟੀ ਬਣਦੀ ਆ ਕਿ ਉਹ ਬੈਟਰ ਫੈਸਿਲਿਟੀਜ਼ ਜਿਹੜੀਆਂ ਪ੍ਰੋਵਾਈਡ ਕਰਾਉਣ ਆਪਣੇ ਸਿਟੀਜ਼ਨਸ ਨੂੰ, ਠੀਕ ਹੈ। ਤੁਸੀਂ ਸਿਟੀਜ਼ਨਸ ਦੀ ਜਗ੍ਹਾ 'ਤੇ ਪੀਪਲ ਲਿਖ ਸਕਦੇ ਆ, ਇੰਡੀਵਿਜੂਅਲ ਲਿਖ ਸਕਦੇ ਆ, ਠੀਕ ਹੈ। ਤਾਂ ਆਪਣੇ ਕੀ ਆ, ਗੌਰਮੈਂਟ ਦੀ ਇੱਕ ਰਿਸਪੋਂਸਿਬਿਲਿਟੀ ਆ ਕਿ ਉਹ ਪਬਲਿਕ ਸੈਕਟਰਸ 'ਤੇ ਇਨਵੈਸਟ ਕਰਕੇ ਉਹਨਾਂ ਨੂੰ ਬੈਟਰ ਫੈਸਿਲਿਟੀਜ਼ ਪ੍ਰੋਵਾਈਡ ਕਰਵਾਵੇ। ਹੁਣ ਐਕਸਪਲੇਨ ਕਰਾਂਗੇ, ਠੀਕ ਹੈ, ਆਪਣੇ ਆਈਡੀਆ ਨੂੰ ਸਪੋਰਟ ਕਰਾਂਗੇ। ਤਾਂ ਦੇਖੋ ਪਹਿਲਾਂ ਐਕਸਪਲੇਨੇਸ਼ਨ ਪੜ੍ਹ ਲੈਂਦੇ ਹਾਂ, ਫਿਰ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਏਗਾ। ਟੂ ਐਕਸਪਲੇਨ ਇਟ, ਹੈਲਥ ਕੇਅਰ, ਐਜੂਕੇਸ਼ਨਲ ਇੰਸਟੀਟਿਊਸ਼ਨ, ਪਬਲਿਕ ਟਰਾਂਸਪੋਰਟੇਸ਼ਨ ਐਂਡ ਅਦਰ ਏਰੀਆਜ਼, ਕੁਛ ਹੋਰ ਵੀ ਏਰੀਆਜ਼ ਜਿਹੜੇ ਪਬਲਿਕ ਦੇ ਵਿੱਚ ਆਉਂਦੇ ਹੈਗੇ, ਠੀਕ ਹੈ, ਪਬਲਿਕ ਸੈਕਟਰਸ ਦੇ ਵਿੱਚ, ਆਰ ਦਾ ਮੇਨ ਥਿੰਗਸ ਦੈਟ ਗੌਰਮੈਂਟ ਹੈਜ਼ ਟੂ ਸਪੋਰਟ ਫਾਈਨੈਂਸ਼ੀਅਲੀ ਐਜ਼ ਇਟਸ ਪ੍ਰੈਡਿਕਟ ਦਾ ਕੁਆਲਿਟੀ ਆਫ ਲਾਈਫ ਦੈਟ ਸਿਟੀਜ਼ਨ ਵਿਲ ਹੈਵ। ਕਿਉਂਕਿ ਹੈਲਥ ਕੇਅਰ, ਐਜੂਕੇਸ਼ਨ, ਟਰਾਂਸਪੋਰਟ ਜਿਹੜੀ ਪਬਲਿਕ ਸਰਵਿਸ ਹੈਗੀ ਆ, ਠੀਕ ਹੈ, ਉਹਦੇ 'ਤੇ ਸਪੈਂਡ ਕਰਨਾ ਗੌਰਮੈਂਟ ਨੂੰ ਜ਼ਰੂਰੀ ਹੈ। ਉਹਨਾਂ ਨੂੰ ਫਾਈਨੈਂਸ਼ਲੀ ਸਪੋਰਟ ਕਰਨੀ ਹੀ ਪਊਗੀ ਗੌਰਮੈਂਟ ਨੂੰ, ਕਿਉਂਕਿ ਇਹ ਕੁਆਲਿਟੀ ਜਿਹੜੀ ਮਤਲਬ ਕਿ ਪ੍ਰੈਡਿਕਟ ਕਰਦਾ ਹੈਗਾ ਜਿਹੜੀ ਸਿਟੀਜ਼ਨਸ ਦੀ ਲਾਈਫ ਦੀ ਹੈਗੀ ਹੈ। ਫੋਰ ਐਗਜ਼ਾਮਪਲ ਅਗਰ ਦੇਖੋ ਸਕੂਲ ਹੈ ਤਾਂ ਉਹ ਆਪਣੇ ਸਕੂਲ 'ਤੇ ਸਪੈਂਡ ਕਰ ਰਹੇ ਹੈਗੇ, ਲਾਈਕ, ਠੀਕ ਹੈ, ਐਜੂਕੇਸ਼ਨ ਸਿਸਟਮ 'ਤੇ ਗੌਰਮੈਂਟ ਜਿਹੜਾ ਸਪੈਂਡ ਕਰ ਰਹੀ ਆ, ਐਜੂਕੇਸ਼ਨ ਫੈਸਿਲਿਟੀਜ਼ ਜ਼ਿਆਦਾ ਮਿਲਣਗੀਆਂ, ਠੀਕ ਹੈ, ਵਧੀਆ ਸਿਸਟਮ ਮਿਲੂਗਾ ਆਪਾਂ ਨੂੰ ਐਜੂਕੇਸ਼ਨ ਦਾ, ਐਂਡ ਉਹ ਵਧੀਆ ਜਿਹੜੀ ਆਪਣੀ ਲਾਈਫ ਬਣੇਗੀ, ਠੀਕ ਹੈ, ਸਿਟੀਜ਼ਨਸ ਦੀ। ਜਿੰਨਾ ਵਧੀਆ ਆਪਣੇ ਕੋਲ ਜਿਹੜੀ ਫੈਸਿਲਿਟੀਜ਼ ਹੋਣਗੀਆਂ ਉਨਾ ਹੀ ਵਧੀਆ ਆਪਣੀ ਜਿਹੜੀ ਲਾਈਫ ਦੀ ਕੁਆਲਿਟੀ ਹੋਏਗੀ, ਉਹ ਚੀਜ਼ ਆਪਾਂ ਇੱਥੇ ਮੈਂਸ਼ਨ ਕੀਤੀ ਹੈ, ਠੀਕ ਹੈ। ਉਸ ਤੋਂ ਅੱਗੇ ਆਪਾਂ ਇਹਦੀ ਐਗਜ਼ਾਮਪਲ ਦੇਣੀ ਆ। ਫॉर ਇੰਸਟੈਂਸ ਅਕੋਰਡਿੰਗ ਟੂ ਅ ਸਰਵੇ ਕੰਡਕਟਡ ਬਾਈ BBC ਨਿਊਜ਼ ਚੈਨਲ ਫਾਊਂਡ ਦੈਟ ਗਵਰਨਮੈਂਟਸ ਫੰਡਿੰਗ ਪਲੇਸ ਐਨ ਇੰਪੋਰਟੈਂਟ ਰੋਲ ਇਨ ਆਰਡਰ ਟੂ ਕੰਪਲੈਕਸ ਸੈਂਟੈਂਸ ਆਪਣੇ ਕੋਲੇ, ਠੀਕ ਹੈ। ਤਾਂ ਆਪਾਂ ਲਿਖਿਆ ਹੈਗਾ ਕਿ ਇੱਕ ਸਰਵੇ ਕੰਡਕਟ ਹੋਇਆ, ਅ ਸਰਵੇ ਕੰਡਕਟਡ ਬਾਈ BBC ਨਿਊਜ਼ ਚੈਨਲ, ਪੈਸਿਵ ਫਾਰਮ ਦੇ ਵਿੱਚ ਆਪਣੇ ਕੋਲੇ ਸੈਂਟੈਂਸ ਆ ਗਿਆ ਕਿ ਆਪਾਂ ਲਿਖਤਾ ਕਿ ਗਵਰਨਮੈਂਟਸ ਦੀ ਜਿਹੜੀ ਫੰਡਿੰਗ ਹੈਗੀ ਹੈ, ਠੀਕ ਹੈ, ਫੰਡ ਹੈ, ਇਨਵੈਸਟਮੈਂਟ ਹੈ, ਸੇਮ ਵਰਡ ਹੈ, ਇੰਪੋਰਟੈਂਟ ਰੋਲ ਪਲੇ ਕਰਦੀ ਹੈ ਕਾਹਦੇ ਵਿੱਚ, ਇਨ ਆਰਡਰ ਟੂ ਇੰਪਰੂਵ ਕੰਡੀਸ਼ਨ ਆਫ ਪਬਲਿਕ ਸੈਕਟਰਸ, ਕਿ ਪਬਲਿਕ ਸੈਕਟਰਸ ਦੀ ਜਿਹੜੀ ਕੰਡੀਸ਼ਨ ਆ ਤਦੇ ਹੀ ਇੰਪਰੂਵ ਹੋਏਗੀ ਅਗਰ ਗਵਰਨਮੈਂਟ ਲਾਈਕ ਉਹਨਾਂ 'ਤੇ ਸਪੈਂਡ ਕਰਦੀ ਹੈਗੀ ਆ, ਠੀਕ ਹੈ। ਉਸ ਤੋਂ ਬਾਅਦ ਐਜ਼ ਅ ਰਿਜ਼ਲਟ ਕੀ ਨਿਕਲਿਆ, ਇਟ ਇਜ਼ ਮੈਂਡੇਟਰੀ ਟੂ ਇਨਵੈਸਟ ਔਨ ਪਬਲਿਕ ਸੈਕਟਰਸ, ਠੀਕ ਹੈ, ਪਬਲਿਕ ਸੈਕਟਰਸ 'ਤੇ ਇਨਵੈਸਟ ਕਰਨਾ ਜਿਹੜਾ ਜ਼ਰੂਰੀ ਹੈਗਾ। ਇਹ ਤਾਂ ਹੋ ਗਿਆ ਆਪਣੀ ਪਬਲਿਕ ਸੈਕਟਰਸ, ਜਿਹੜਾ ਆਪਾਂ ਨੂੰ ਉਹਨਾਂ ਨੇ ਵੀ ਸਟੇਟਮੈਂਟ ਦੇ ਵਿੱਚ ਦੱਸਿਆ ਸੀਗਾ ਕਿ ਹਾਂਜੀ ਪਬਲਿਕ ਸੈਕਟਰਸ 'ਤੇ ਜਿਹੜਾ ਕੀ ਆ ਸਪੈਂਡ ਕਰਨਾ ਚਾਹੀਦਾ। ਬਟ ਆਪਾਂ ਪਾਰਸ਼ਲੀ ਗਏ ਕਿਉਂਕਿ ਆਪਾਂ ਨੂੰ ਲੱਗਦਾ ਕਿ ਆਰਟ ਵੀ ਉਨਾ ਹੀ ਇੰਪੋਰਟੈਂਟ ਆ। ਹੁਣ ਆਰਟ ਦੀ ਇੰਪੋਰਟੈਂਸ ਦੱਸਾਂਗੇ BP2 ਦੇ ਵਿੱਚ। ਓਕੇ, ਨਾਓ ਸ਼ਿਫਟਿੰਗ ਟੂਵਰਡਸ ਦ ਸੈਕਿੰਡ BP। ਓਕੇ, ਤਾਂ ਇੱਥੇ ਆਪਣੇ ਕੋਲ ਆ ਗਿਆ ਹਾਊ ਐਵਰ, ਠੀਕ ਹੈ, ਮਤਲਬ ਟ੍ਰੈਂਡ ਚੇਂਜ ਹੋ ਗਿਆ। ਪਹਿਲਾਂ ਪਬਲਿਕ ਸਰਵਿਸ ਦੀ ਗੱਲ ਕੀਤੀ ਸੀ, ਹੁਣ ਆਰਟ ਦੀ ਕਰਨ ਲੱਗਿਆ ਤਾਂ ਹਾਊ ਐਵਰ ਲਗਾ ਦਿੱਤਾ ਕਨੈਕਟਰ, ਠੀਕ ਹੈ। ਓਕੇ, ਆਲਦੋ ਪਬਲਿਕ ਸੈਕਟਰਸ, ਆਲਦੋ ਯੈਟ ਜਿਹੜਾ ਆਪਣੇ ਕੋਲੇ ਹੈਗਾ, ਠੀਕ ਹੈ, ਇਹ ਆਪਣੇ ਕੋਲੇ ਕੰਪਲੈਕਸ ਸੈਂਟੈਂਸ ਆ। ਯੈਟ ਆਲਦੋ ਦੇ ਨਾਲ ਬਟ ਨਹੀਂ ਲਗਾਈਦਾ, ਠੀਕ ਹੈ, ਜਾਂ ਤਾਂ ਯੈਟ ਲਗਾ ਲਓ ਜਾਂ ਕੋਮਾ ਲਗਾ ਲਓ ਸਿੰਪਲੀ, ਠੀਕ ਹੈ। ਆਲਦੋ ਪਬਲਿਕ ਸੈਕਟਰਸ ਆਰ ਇੰਪੋਰਟੈਂਟ ਯੈਟ ਇਟ ਡਜ਼ ਨੋਟ ਮੀਨ ਦੈਟ ਆਰਟ ਸ਼ੁੱਡ ਬੀ ਨਿਗਲੈਕਟਡ। ਕਹਿੰਦੇ ਪਬਲਿਕ ਸੈਕਟਰਸ ਇੰਪੋਰਟੈਂਟ ਹੈ, ਠੀਕ ਹੈ, ਬਟ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਆਰਟ ਨਿਗਲੈਕਟ ਕੀਤਾ ਜਾਣਾ ਚਾਹੀਦਾ ਹੈਗਾ, ਠੀਕ ਹੈ। ਮੀਨਸ ਹੁਣ ਆਰਟ ਦੀ ਇੰਪੋਰਟੈਂਸ ਦੱਸਣ ਜਾ ਰਹੇ ਹਾਂ ਆਪਾਂ। ਟਾਸਕ ਸਟੇਟਮੈਂਟ ਦਿੱਤੀ ਹੈ, ਆਬਜੈਕਟ ਆਫ ਆਰਟ ਆਰ ਬੈਸਟ ਸੋਰਸ ਆਫ ਇੰਟਰਟੇਨਮੈਂਟ ਐਜ਼ ਵੈਲ ਐਜ਼ ਲਰਨਿੰਗ। ਕੀ ਆ ਜਿਹੜਾ ਆਬਜੈਕਟ ਹੈਗੇ ਉਹਨਾਂ ਤੋਂ ਆਪਾਂ ਤਾਂ ਇੱਕ ਸਿੱਖ ਸਕਦੇ ਹੈਗੇ ਹਾਂ, ਠੀਕ ਹੈ, ਕਿ ਇੱਕ ਤਾਂ ਵਧੀਆ ਲਾਈਕ ਮਿਊਜ਼ੀਅਮ ਵਗੈਰਾ ਹੁੰਦੀ ਹੈ, ਠੀਕ ਹੈ, ਉਹਨਾਂ ਤੋਂ ਆਪਾਂ ਨੂੰ ਇੱਕ ਤਾਂ ਚੀਜ਼ ਪਤਾ ਲੱਗਦੀ ਹੈਗੀ ਆ ਕਿ ਕੁਛ ਨਾ ਕੁਛ ਨਵਾਂ ਸਿੱਖਦੇ ਹਾਂ ਆਪਾਂ। ਇੱਕ ਇੰਟਰਟੇਨਮੈਂਟ ਦਾ ਸੋਰਸ ਵੀ ਹੈਗਾ, ਠੀਕ ਹੈ, ਆਰਟ, ਕਿ ਲੋਕ ਇੰਟਰਟੇਨ ਕਰਦੇ ਆਪਣੇ ਆਪ ਨੂੰ ਇਹਦੇ ਨਾਲ। ਇਹ ਹੋ ਗਈ ਆਪਣੀ ਟਾਸਕ ਸਟੇਟਮੈਂਟ। ਉਸ ਤੋਂ ਅੱਗੇ ਆਪਾਂ ਐਲੈਬੋਰੇਸ਼ਨ ਕਰਨੀ ਆ। ਟੂ ਐਲੈਬੋਰੇਟ ਇਟ, people can learn several things from museum, theatre and also art is best way for entertainment purpose, ਠੀਕ ਹੈ। ਸਪੋਰਟ ਕਰ ਦਿੱਤਾ ਕਿ ਲੋਕ ਮਿਊਜ਼ੀਅਮ, ਥੀਏਟਰ, ਆਪਾਂ ਦੱਸਿਆ ਸੀ ਨਾ ਕਿ ਲਰਨਿੰਗ ਦਾ ਜਿਹੜਾ ਹੈਗਾ ਉਹ ਹੁਣ ਆਪਾਂ ਐਕਸਪਲੇਨ ਕੀਤੀ ਹੈ ਕਿ ਲਰਨਿੰਗ ਦਾ ਕਿੱਦਾਂ ਹੈਗਾ, ਠੀਕ ਹੈ। ਉਹ ਆਪਾਂ ਦੱਸਤਾ ਕਿ ਮਿਊਜ਼ੀਅਮ, ਥੀਏਟਰ ਵਗੈਰਾ ਤੋਂ ਜਿਹੜਾ ਸਿੱਖ ਸਕਦੇ ਆ, ਐਂਡ ਆਰਟ ਦਾ ਆਪਾਂ ਦੱਸ ਦਿੱਤਾ ਕਿ ਇੰਟਰਟੇਨਮੈਂਟ ਦਾ ਪਰਪਸ ਦੇ ਲਈ ਵੀ ਬਹੁਤ ਵਧੀਆ ਵੇ ਹੈਗਾ, ਠੀਕ ਹੈ। ਬਟ ਵਿਦਾਊਟ ਗਵਰਨਮੈਂਟ ਸਪੋਰਟ, ਜਿਹੜੀ ਗਵਰਨਮੈਂਟ ਦੀ ਸਪੋਰਟ ਤੋਂ ਬਿਨਾਂ ਹੈਗਾ ਜਿਹੜਾ ਆਰਟ ਆ ਉਹ ਖਤਮ ਹੋ ਰਿਹਾ ਦਿਨੋਂ ਦਿਨ, ਠੀਕ ਹੈ। ਉਸ ਤੋਂ ਅੱਗੇ ਆਪਾਂ ਲਿਖੀ ਆ ਫੋਰ ਐਗਜ਼ਾਮਪਲ। ਇੱਕ ਐਗਜ਼ਾਮਪਲ ਦੇ ਮਤਲਬ ਕੀ ਹੋਇਆ, ਅਕੋਰਡਿੰਗ ਟੂ ਅ ਰੀਸੈਂਟ ਸਰਵੇ, ਤੁਸੀਂ ਸਰਵੇ ਪਾ ਸਕਦੇ ਆ, ਸਟੱਡੀ ਪਾ ਸਕਦੇ ਆ, ਫਿਊਚਰ ਪ੍ਰੈਡਿਕਸ਼ਨ ਪਾ ਸਕਦੇ ਆ, ਠੀਕ ਹੈ। ਐਗਜ਼ਾਮਪਲ ਪਰਸਨਲ ਨਹੀਂ ਹੋਣੀ ਚਾਹੀਦੀ, ਵਰਡ ਤੁਸੀਂ ਵਰਡ ਦੀ ਗੱਲ ਕਰ ਸਕਦੇ ਵਿੱਚ ਕੋਈ ਵੀ ਪਾ ਦਿਓ, ਠੀਕ ਹੈ। ਤਾਂ ਆਪਾਂ ਇਹ ਦੇਖਿਆ ਕਿ ਆਰਟ ਜਿਹੜਾ ਦਿਨੋਂ ਦਿਨ ਕੀ ਹੈ ਖਤਮ ਹੋ ਰਿਹਾ, ਕਾਹਦੇ ਕਰਕੇ, ਫਾਈਨੈਂਸ ਸਪੋਰਟ ਕਰਕੇ, ਕਿਉਂਕਿ ਉਹਨਾਂ ਨੂੰ ਲੈਕ ਹੈ, ਠੀਕ ਹੈ, ਕਮੀ ਹੈ ਫਾਈਨੈਂਸ ਸਪੋਰਟ ਦੀ, ਠੀਕ ਹੈ। ਮਤਲਬ ਜਿਹੜਾ ਆਰਟ ਆ ਦਿਨੋਂ ਦਿਨ ਖਤਮ ਹੋ ਗਿਆ ਕਿਉਂਕਿ ਉਹਨੂੰ ਕੋਈ ਕਿਤੋਂ ਸਪੋਰਟ ਨਹੀਂ ਮਿਲ ਰਹੀ ਹੈਗੀ ਫਾਈਨੈਂਸ, ਠੀਕ ਹੈ। ਤਾਂ ਇਹ ਚੀਜ਼ ਹੋ ਗਈ ਆਪਣੀ ਐਗਜ਼ਾਮਪਲ।
हैंस इट इज़ नैसेसरी टू यूटिलाइज मनी ऑन आर्ट कि अपना रिजल्ट की निकलिਆ क्योंकि अपना स्टेटमेंट कॉन्ट्राडिक्ट सी स्टेटमेंट ਆਪਾਂ ਨੂੰ ਕਹਿ ਰਹੀ ਸੀ ਕਿ ਆਰਟ ਤੇ ਵੇਸਟ ਆਫ ਮਨੀ ਆ ਬਟ ਆਪਾਂ ਇਹ ਪ੍ਰੂਵ ਕਰ ਦਿੱਤਾ ਕਿ ਨਹੀਂ ਜੀ ਇਹ ਵੀ ਨੈਸੈਸਰੀ ਆ ਆਰਟ ਤੇ ਸਪੈਂਡ ਕਰਨਾ ਕਿਉਂਕਿ ਸਾਰਾ ਐਗਜ਼ਾਮਪਲ ਦਿੱਤੀ ਹੈ ਲੈਬੋਰੇਸ਼ਨ ਕੀਤੀ ਹੈ ਸਟਰੋਂਗ ਆਈਡੀਆ ਦਿੱਤਾ ਇਹਦੇ ਨਾਲ ਪਤਾ ਚੱਲਦਾ ਆਪਾਂ ਨੂੰ ਕਿ ਜਿਹੜਾ ਆਰਟ ਵੀ ਕਿੰਨਾ ਇੰਪੋਰਟੈਂਟ ਹੈ ਠੀਕ ਹੈ ਉਹਦੀ ਇੰਪੋਰਟੈਂਸ ਆਪਾਂ ਸਾਰੇ BP2 'ਚ ਐਲੈਬੋਰੇਟ ਕੀਤੀ ਹੈ ਤਾਂ ਇਹ ਹੋ ਗਿਆ ਆਪਣਾ BP2 ਉਸ ਤੋਂ ਅੱਗੇ ਆਪਣੇ ਕੋਲ ਹੈਗਾ ਗਾ ਕਨਕਲੂਜ਼ਨ ਠੀਕ ਹੈ ਕਨਕਲੂਜ਼ਨ ਦੇ ਲਈ ਇੱਕ ਤਾਂ ਐਕਸਟਰਾ ਪੁਆਇੰਟ ਕੋਈ ਐਡ ਨਹੀਂ ਕਰੀਦਾ ਜਿਹੜੀ BP1 'ਚ ਐਂਡ BP2 'ਚ ਗੱਲ ਕੀਤੀ ਹੈ ਹਮੇਸ਼ਾ ਉਹੀ ਗੱਲ ਆਪਾਂ ਕਨਕਲੂਜ਼ਨ ਦੇ ਵਿੱਚ ਕਰਦੇ ਹਾਂ ਅਗਰ ਨਹੀਂ ਕਰਨੀ ਤਾਂ ਐਜ਼ ਮੈਂਸ਼ਨ ਇਨ ਦਾ ਐਸੇ ਲਿਖ ਕੇ ਕਲੀਅਰ ਕਰ ਦਿਓ ਔਰ ਉਸ ਤੋਂ ਅੱਗੇ ਆਪਣੇ ਕੋਲ ਜਿਹੜਾ ਕਨਕਲੂਜ਼ਨ ਆ ਉਹਦੀ ਲੈਂਥ ਐਨੀ ਨਹੀਂ ਰੱਖਣੀ ਕਿ ਪਤਾ ਹੀ ਨਾ ਚੱਲੇ ਕਿ BP1 ਕਿਹੜਾ ਹੈ BP2 ਕੌਣ ਸਾ ਹੈ ਔਰ ਕਨਕਲੂਜ਼ਨ ਕੌਣ ਸਾ ਹੈ ਠੀਕ ਹੈ ਤਾਂ ਤੁਸੀਂ ਕੀ ਕਰਨਾ ਹੈਗਾ ਛੋਟਾ ਜਿਹਾ ਕਨਕਲੂਜ਼ਨ ਲਿਖਣਾ ਐਸਸੀ ਨੂੰ ਕਨਕਲੂਡ ਕਰ ਦੇਣਾ ਬਸ ਆਪਾਂ ਲਿਖ ਦਿੱਤਾ ਆਪਾਂ ਨੂੰ ਸਟੇਟਮੈਂਟ ਕੀ ਕਹਿ ਰਹੀ ਸੀ ਸਟੇਟਮੈਂਟ ਆਪਾਂ ਨੂੰ ਕਹਿ ਰਹੇ ਸੀਗੇ ਕਿ ਆਰਟ ਤੇ ਵੇਸਟ ਆਫ ਮਨੀ ਹੈ ਪਬਲਿਕ ਸੈਕਟਰਸ 'ਤੇ ਹੀ ਇਨਵੈਸਟ ਕਰਨਾ ਚਾਹੀਦਾ ਬਟ ਆਪਾਂ ਗਏ ਪਾਰਸ਼ਲੀ ਐਂਡ ਆਪਾਂ ਪ੍ਰੂਵ ਕਰ ਦਿੱਤਾ ਕਿ ਨਹੀਂ ਆਰਟ ਵੀ ਉਨਾ ਇੰਪੋਰਟੈਂਟ ਹੈ ਹੁਣ ਕਨਕਲੂਜ਼ਨ ਦੇ ਵਿੱਚ ਕੀ ਲਿਖਾਂਗੇ ਕਨਕਲੂਜ਼ਨ ਦੇ ਵਿੱਚ ਲਿਖਾਂਗੇ ਕਿ ਕਲੀਅਰ ਹੋ ਗਿਆ ਵਾ ਕਿ ਦੋਨੋਂ ਇੰਪੋਰਟੈਂਟ ਆ ਕਿਉਂ ਕਲੀਅਰ ਹੋ ਗਿਆ ਕਿਉਂਕਿ ਆਪਾਂ ਮੈਂਸ਼ਨ ਕਰ ਦਿੱਤਾ ਐਸੇ ਦੇ ਵਿੱਚ ਕਿਉਂ ਜਿਹੜਾ ਇੰਪੋਰਟੈਂਟ ਹੈ ਠੀਕ ਹੈ ਤਾਂ ਉਹ ਚੀਜ਼ ਦੱਸਾਂਗੇ ਹੁਣ ਆਪਾਂ To conclude it, it is clear that investment on both art as well as public sectors play significant role in humans life ਕਿ ਹਿਊਮਨ ਦੀ ਲਾਈਫ ਦੇ ਵਿੱਚ ਦੋਨੋਂ ਹੀ ਇੰਪੋਰਟੈਂਟ ਰੋਲ ਪਲੇ ਕਰਦੇ ਆ ਕਿਉਂਕਿ ਅਗਰ ਇੱਕ ਉਹਨਾਂ ਨੂੰ ਵਧੀਆ ਲਾਈਫ ਦਿੰਦਾ ਲਾਈਫ ਦੀ ਕੁਆਲਿਟੀ ਸੁਧਾਰਦਾ ਇੱਕ ਠੀਕ ਹੈ ਤਾਂ ਦੂਸਰਾ ਉਹਨਾਂ ਨੂੰ ਕੀ ਕਰਦਾ ਹੈਗਾ ਲਰਨਿੰਗ ਦਾ ਚਾਂਸ ਦਿੰਦਾ ਹੈਗਾ ਹੈ ਨਾ ਤਾਂ ਇਹ ਚੀਜ਼ ਆਪਣਾ ਜਿਹੜਾ ਆਰਟ ਹੋ ਗਿਆ ਐਂਡ ਇੰਟਰਟੇਨਮੈਂਟ ਦਾ ਸੋਰਸ ਵੀ ਹੈ ਆਰਟ ਤਾਂ ਆਪਾਂ ਉਹ ਦੱਸ ਦਿੱਤਾ ਪ੍ਰੂਵ ਕਰ ਦਿੱਤਾ ਹੈਗਾ ਕਿ ਨਹੀਂ ਆਰਟ ਐਂਡ ਪਬਲਿਕ ਸੈਕਟਰਸ ਦੋਨੋਂ ਹੀ ਇੰਪੋਰਟੈਂਟ ਨੇ ਠੀਕ ਹੈ ਤਾਂ ਇਸ ਤਰੀਕੇ ਨਾਲ ਆਪਾਂ ਲਿਖਦੇ ਹੁੰਦੇ ਹਾਂ ਪਾਰਸ਼ਲੀ ਠੀਕ ਹੈ ਅਗਰ ਤੁਹਾਨੂੰ ਉਹ ਵਾਲਾ ਐਸੇ ਵੀ ਚਾਹੀਦਾ ਜਿਹਦੇ 'ਚ ਕੰਪਲੀਟਲੀ ਐਂਡ ਲਾਰਜਲੀ ਹੈਗਾ ਐਕਸਟੈਂਡ ਤੱਕ ਤਾਂ ਤੁਸੀਂ ਜਿਹੜਾ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ ਮੈਂ ਉਹਦਾ ਵੀ ਜਿਹੜਾ ਇੱਕ ਸੈਂਪਲ ਆਨਸਰ ਅਪਲੋਡ ਕਰ ਦੂੰਗੀ ਤਾਂ ਉਹਨੂੰ ਤੁਹਾਡੇ ਲਈ ਹੈਲਪਫੁਲ ਹੋਵੇ ਠੀਕ ਹੈ ਤਾਂ ਜਿਹੜਾ ਵੀ ਤਰੀਕਾ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਸ ਤਰੀਕੇ ਨਾਲ ਲਿਖ ਸਕਦੇ ਹੋ ਜਿੱਦਾਂ ਦਾ ਵੀ ਤੁਹਾਨੂੰ ਸਹੀ ਲੱਗਦਾ ਹੈ ਤਾਂ ਆਪਣੇ ਕੋਲ ਇਸ ਤਰੀਕੇ ਨਾਲ ਵਰਟ ਐਕਸਟੈਂਡ ਐਗਰੀ ਔਰ ਡਿਸਐਗਰੀ ਵਾਲਾ ਪੈਸੇ ਲਿਖਦੇ ਹੁੰਦੇ ਆ ਠੀਕ ਹੈ ਆਪਣੇ ਕੋਲ ਟਾਸਕ ਜਿਹੜਾ ਹੈਗਾ 2 ਨੂੰ ਇੰਪਰੂਵ ਕਰਨ ਲਈ ਠੀਕ ਹੈ ਕੁਛ ਨਹੀਂ ਇੱਦਾਂ ਦਾ ਹੈਗਾ ਕਿ ਤੁਹਾਨੂੰ ਕੋਈ ਕਹੇਗਾ ਕਿ ਲਾਈਕ ਇੱਕ ਦਿਨ ਦੇ ਵਿੱਚ ਤੁਸੀਂ ਇੰਪਰੂਵ ਕਰ ਲਓ ਇੱਦਾਂ ਕਰ ਲਓ ਤਾਂ ਇੱਕ ਦਿਨ 'ਚ ਇੰਪਰੂਵ ਹੋ ਜਾਏਗਾ ਠੀਕ ਹੈ ਇੱਦਾਂ ਕਰ ਲਓ ਤਾਂ 2 ਦਿਨ 'ਚ ਇੰਪਰੂਵ ਇੱਦਾਂ ਕੁਛ ਨਹੀਂ ਹੁੰਦਾ ਠੀਕ ਹੈ ਆਲਮੋਸਟ ਤੁਹਾਨੂੰ 10 to 15 ਡੇਜ਼ ਚਾਹੀਦੇ ਆ ਐਂਡ ਕੀ ਚਾਹੀਦਾ ਹੈਗਾ ਤੁਹਾਨੂੰ ਵੇਰੀਏਸ਼ਨ ਉਹ ਵੀ ਜਿਹੜੇ 10-15 ਦਿਨ ਇੱਦਾਂ ਨਹੀਂਗਾ ਕਿ ਆਪਾਂ ਜਸਟ ਲੰਘਾ ਦਾਂਗੇ ਠੀਕ ਹੈ ਉਹਦੇ ਵਿੱਚ ਵੀ ਤੁਹਾਨੂੰ ਇੱਕ ਪ੍ਰੋਪਰ ਜਿਹੜਾ ਵਰਕ ਚਾਹੀਦਾ ਹੈਗਾ ਉਹ ਕਿੱਦਾਂ ਕਿ ਕੰਪਲੈਕਸ ਸੈਂਟੈਂਸ ਠੀਕ ਹੈ ਪੈਸਿਵ ਸੈਂਟੈਂਸ ਲਾਈਕ ਤੁਹਾਨੂੰ ਇੱਕ ਦਿਨ ਜਿਹੜਾ ਇਹ ਚੀਜ਼ਾਂ ਕਰਵਾਈਆਂ ਜਾਣ ਅਗਰ ਇੱਕ ਕੰਪਲੈਕਸ ਸੈਂਟੈਂਸ ਤੁਸੀਂ ਕਰ ਰਹੇ ਹੋ ਚਾਹੇ ਤੁਸੀਂ ਆਪਣੇ ਆਪ ਕਰ ਰਹੇ ਹੋ ਚਾਹੇ ਤੁਸੀਂ ਕਿਤੋਂ ਕੋਚਿੰਗ ਲੈ ਰਹੇ ਹੋ ਠੀਕ ਹੈ ਜਿੱਤੇ ਵੀ ਆ ਤੁਸੀਂ ਇੱਕ ਦਿਨ ਕੰਪਲੈਕਸ ਇੱਕ ਪ੍ਰੋਪਰ ਜਿਹੜਾ ਟਾਈਮ ਟੇਬਲ ਬਣਾ ਲਓ ਇੱਕ ਦਿਨ ਕੰਪਲੈਕਸ ਸੈਂਟੈਂਸ ਕਰਨੀ ਹੈ ਇੱਕ ਦਿਨ ਪੈਸਿਵ ਕਰਨੀ ਹੈ ਕੰਡੀਸ਼ਨਲ ਕਰਨੀ ਹੈ ਕੁਐਸਚਨ ਫਾਰਮ ਕਰਨੇ ਆ ਕਨੈਕਟਸ ਸਾਰੇ ਕਵਰ ਕਰਨੇ ਆ ਠੀਕ ਹੈ ਔਰ ਜੋ ਆਪਣੀ ਵਕੈਬ ਵਗੈਰਾ ਹੈਗੀ ਆ ਉਹ ਕਵਰ ਕਰਨੀ ਹੈਗੀ ਆ ਉਸ ਤੋਂ ਬਾਅਦ ਤੁਸੀਂ ਫਿਰ ਜਦੋਂ ਤੁਹਾਡੀਆਂ ਵੇਰੀਏਸ਼ਨ ਵਗੈਰਾ ਕਲੀਅਰ ਹੋ ਗਈਆਂ ਤੁਹਾਨੂੰ ਪਤਾ ਚੱਲ ਗਿਆ ਕਿ ਇਹ ਸੈਂਟੈਂਸ ਇਸ ਤਰੀਕੇ ਦੇ ਨਾਲ ਬਣਦਾ ਹੈਗਾ ਠੀਕ ਹੈ ਔਰ ਉਸ ਤੋਂ ਬਾਅਦ ਕੀ ਉਹਨੂੰ ਪੇਜ 'ਤੇ ਇੱਕ ਵੇਰੀਏਸ਼ਨ ਨੂੰ ਨੋਟ ਕਰ ਲਓ ਜਦੋਂ ਵੀ ਟਾਸਕ ਲਿਖਦੇ ਉਹਨੂੰ ਸਾਹਮਣੇ ਰੱਖ ਲਓ ਠੀਕ ਹੈ ਔਰ ਟਿਕ ਲਗਾਈ ਚਲੋ ਵੀ ਇਹ ਵਾਲੀ ਵੇਰੀਏਸ਼ਨ ਐਡ ਕਰ ਦਿੱਤੀ ਇਹ ਵਾਲੀ ਵੇਰੀਏਸ਼ਨ ਮੈਨੇ ਐਡ ਕਰ ਦਿੱਤੀ ਠੀਕ ਹੈ ਤਾਂ ਉਹਦੇ ਨਾਲ ਕੀ ਤੁਹਾਡੀ ਹੈਬਿਟ ਬਣ 5-6 ਦਿਨ ਇਸ ਤਰੀਕੇ ਨਾਲ ਕਰੋਗੇ ਔਰ 6ਵੇਂ-7ਵੇਂ ਦਿਨ ਤੁਹਾਡੀ ਆਪਣੀ ਹੀ ਆਦਤ ਬਣ ਜਾਏਗੀ ਉਹ ਸੈਂਟੈਂਸ ਬਣਾਉਣ ਦੀ ਠੀਕ ਹੈ ਇਸ ਤਰੀਕੇ ਨਾਲ ਹੁੰਦਾ ਹੈ ਆਪਣੇ ਕੋਲ ਤਾਂ ਡੇਲੀ ਇੱਕ ਵਧੀਆ ਸੈਂਪਲ ਆਨਸਰ ਪੜ੍ਹਿਆ ਕਰੋ ਜਿਹਦੇ ਵਿੱਚ ਤੁਹਾਨੂੰ ਵਕੈਬ ਵਗੈਰਾ ਮਿਲ ਜਾਵੇ ਔਰ ਵਧੀਆ ਤੁਸੀਂ ਤਰੀਕੇ ਨਾਲ ਠੀਕ ਹੈ ਔਰ ਇੱਕ ਚੀਜ਼ ਫੋਲੋ ਕਰਿਆ ਕਰੋ ਵਾਰ-ਵਾਰ ਕਨਫਿਊਜ਼ ਨਾ ਹੋਇਆ ਕਰੋ ਇਹ ਚੀਜ਼ ਫੋਲੋ ਕਰਨੀ ਇਹ ਚੀਜ਼ ਫੋਲੋ ਲਾਈਕ ਐਕਸਟੈਂਡ ਵਾਲਾ ਐਸੇ 3 ਟਾਈਪਸ ਨਾਲ ਲਿਖਿਆ ਜਾਂਦਾ ਇੱਕ ਟਾਈਪ ਪੱਕੀ ਕਰ ਲਓ ਜਿਹਦੇ ਨਾਲ ਵੀ ਤੁਸੀਂ ਲਿਖਣਾ ਹੈਗਾ ਠੀਕ ਹੈ ਆਈ ਹੋਪ ਅੱਜ ਦੀ ਵੀਡੀਓ ਤੁਹਾਡੀ ਇਨਫੋਰਮੇਟਿਵ ਹੋਵੇਗੀ ਥੈਂਕਸ ਫॉर ਵਾਚਿੰਗ